परम सत्कारयोग सतगुरां दी साजी निवाजी गुरु रूप प्यारी साध संगत जी, नितनेम कर्म अनुसार गुरु साहिब जी महाराज जियां दे चरना कमलों दीयां हाजरियां, जन्म दे कुछ पल सफलियां करन दे यतन पाए करदे हां। साई कड़ी सुलखनी जो प्रभ संग बिहावे, सुलखनी कड़ी मिली है, श्वासां दी गतिविधि चल रही है। अमृत वेला होया, हर वक्त मनुख सफ़र दे विच चल रहा है। जिस तरह आपां कल सरवण कीता है, सुते हुए मनुख दे श्वास चल रहे ने, तो मनुख रुकिया नहीं है, हजे तक भी सफ़र दे विच सारियां जिंदगियां चल रहीआं हन। ये सफ़र तय करदे तकरीबन सारी दी सारी सृष्टि जिहड़ी है वो परमात्मा दा ही नाम जप रही है। गुरु साहिब जी महाराज वचन करते हैं, जो बोलत है मृगमीन पंखेरू, सो बिन जापत है नहीं होर। इन्हां तिन नावां दे विच गुरु साहिब जी महाराज ने सारी सृष्टि का जिहड़ा है वो वर्णन कर दिता है। जिन्ने भी समाज दे विच बोलण वाले हन, भावें पशु ने, पंछी ने, मनुख ने, जो बोलत है मिर्ग मीन पंखेरू, सो बिन जापत है नहीं होर। तो गुरु ग्रंथ साहिब जी महाराज ने बड़ा वड्डा फैसला दिता है। पहला प्रमाण महाराज ने मिर्ग दा दिता है। मिर्ग तो भाव ये नहीं लेना कि कल्ले मिर्ग की गल महाराज ने की है। जिन्ने भी इस धरती ते रहन वाले जीव ने, उन्हां सारियां दा नाम इहदे विच ही आ जांदा है। तीन तल ते जीव रहिंदे ने, जो बोलत है मिर्ग, भाव जिन्ने भी इस धरती ते रहन वाले जीव ने। तो धरती ते रहन वाले जीव ते असी समाज दे विच आम तकदे हां, कुत्ते भी भौंकदे हन, चिड़ियां भी बोलदियां हन, गिदड़ भी बोलदे ने। ये जिन्ने दे जिन्ने धरती ते रहन वाले जीव ने, वो सारे दे सारे बोलदे ने। पर गजब की गल है कि परमात्मा कहंदे वो अपनी बोली दे विच बोलदे ने, रसना उन्हां दी है, पर बोलदा उन्हां दे अंदर परमात्मा है। वो परमात्मा जो बोलत है मिर्ग, मिर्ग तो भावे इस धरती ते रहन वाले जिन्ने भी जीव ने। धरती ते मनुख भी रहिंदे हन ते पशु भी रहिंदे हन, हो भी नेकां। जो बोलत है मिर्ग, धरती ते रहन वाले मीन मच्छी,
ਮੱਛੀ ਤੋਂ ਪ੍ਰਮਾਣ ਲੈਣਾ ਕਿ ਜਿੰਨੇ ਵੀ ਜੀਵ ਪਾਣੀ ਦੇ ਵਿੱਚ ਵਸਦੇ ਨੇ। 42 ਲੱਖ ਜੀ ਜਲ ਮੈਂ ਹੋਤੇ ਬੀਠਲ ਪਹਿਲਾ ਕਾਏ ਕਰੋ। 42 ਲੱਖ ਜੌਨ ਪਾਣੀ ਦੇ ਵਿੱਚ ਵਸਦੀ ਹੈ। ਤਾਂ ਗੁਰੂ ਸਾਹਿਬ ਜੀ ਮਹਾਰਾਜ ਦਾ ਫੈਸਲਾ ਕਿ ਜਿੰਨੇ ਵੀ ਮੀਣ ਤੋਂ ਭਾਵ ਕਿ ਜਿੰਨੇ ਪਾਣੀ ਦੇ ਵਿੱਚ ਰਹਿਣ ਵਾਲੇ ਜੀਵ ਨੇ ਉਹ ਵੀ ਆਪੋ ਆਪਣੀ ਬੋਲੀ ਬੋਲਦੇ ਨੇ। ਜਿੰਨੇ ਵੀ ਪਾਣੀ ਵਿੱਚ ਰਹਿੰਦੇ ਨੇ, ਉਹ ਗੱਲ ਵੱਖਰੀ ਹੈ ਕਿ ਅਸੀਂ ਮਨੁੱਖ ਹੈ, ਉਹਨਾਂ ਦੀ ਬੋਲੀ ਕਿਸੇ ਨੇ ਸੁਣੀ ਹੈ ਚਾਹੇ ਕਿਸੇ ਨੇ ਨਹੀਂ ਸੁਣੀ, ਪਰ ਆਪੋ ਆਪਣੀ ਬੋਲੀ ਦੇ ਵਿੱਚ ਉਹ ਬੋਲਦੇ ਨੇ, ਬੋਲਦੇ ਵੀ ਨੇ, ਉਹ ਕਰਮ ਵੀ ਕਰਦੇ ਨੇ, ਆਪ ਵੀ ਖਾਂਦੇ ਪੀਂਦੇ ਨੇ ਤੇ ਆਪਣੇ ਬੱਚਿਆਂ ਦੀ ਪਾਲਣ ਪੋਸ਼ਣਾ ਵੀ ਕਰਦੇ ਨੇ। ਪਾਣੀ ਦੇ ਵਿੱਚ ਰਹਿਣ ਵਾਲੇ ਜੀਵ ਬੜੇ ਸੁਚੱਜੇ ਢੰਗ ਦੇ ਨਾਲ ਆਪਣੇ ਬੱਚਿਆਂ ਦੀ ਪਾਲਣ ਪੋਸ਼ਣਾ ਕਰਦੇ ਨੇ। ਜਿੰਨੇ ਵੀ ਪਾਣੀ ਵਿੱਚ ਰਹਿੰਦੇ ਨੇ। ਤਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਫੈਸਲਾ ਹੈ ਕਿ ਜਿੰਨੇ ਧਰਤੀ 'ਤੇ ਵਸਦੇ ਜੀਵ ਨੇ ਉਹਨਾਂ ਨੂੰ ਤੁਸੀਂ ਅਕਸਰ ਬੋਲਦਿਆਂ ਨੂੰ ਦੇਖਦੇ ਹੋਵੋਗੇ। ਬਹੁਤ ਸਾਰੇ ਜਾਨਵਰ ਨੇ ਜਿਹੜੇ ਆਪੋ ਆਪਣੀ ਬੋਲੀ ਦੇ ਵਿੱਚ ਬੋਲਦੇ ਨੇ। ਪਾਣੀ ਵਿੱਚ ਰਹਿਣ ਵਾਲੇ ਜੀਵ ਉਹ ਵੀ ਜਿਹੜੇ ਨੇ ਆਪੋ ਆਪਣੀ ਬੋਲੀ ਦੇ ਵਿੱਚ ਬੋਲਦੇ ਨੇ। ਮਿਰਗਮੀਨ, ਪੰਖੇਰੂ। ਪੰਖੇਰੂ ਤੋਂ ਮਤਲਬ ਹੈ ਕਿ ਜਿੰਨੇ ਆਕਾਸ਼ ਦੇ ਵਿੱਚ ਉੱਡਣ ਵਾਲੇ ਜਾਨਵਰ ਨੇ। ਕੀਟ ਪਤੰਗੇ ਅਨੇਕਾਂ ਤਰ੍ਹਾਂ ਦੇ ਜਾਨਵਰ ਐਸੇ ਨੇ, ਛੋਟੇ ਤੋਂ ਛੋਟੇ ਵੱਡੇ ਤੋਂ ਵੱਡੇ, ਜਿਹੜੇ ਆਕਾਸ਼ ਦੇ ਵਿੱਚ ਉੱਡਦੇ ਨੇ। ਤੇ ਜਿੰਨੀ ਵੀ ਸ੍ਰਿਸ਼ਟੀ ਆਕਾਸ਼ ਦੇ ਵਿੱਚ ਉੱਡਣ ਵਾਲੀ ਹੈ ਉਹ ਸਾਰੇ ਦੇ ਸਾਰੇ ਜੀਵ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਆਪਣੀ ਬੋਲੀ ਨਹੀਂ, ਉਹ ਪਰਮਾਤਮਾ ਹੀ ਉਹਨਾਂ ਦੇ ਅੰਦਰ ਬੋਲ ਰਿਹਾ ਹੈ। ਜੋ ਬੋਲਤ ਹੈ ਮਿਰਗਮੀਨ ਪੰਖੇਰੂ, ਸੋ ਬਿਨ ਜਾਪਤ ਹੈ ਨਹੀਂ ਹੋਰ। ਕਿ ਜਿੰਨੇ ਵੀ ਧਰਤੀ 'ਤੇ ਰਹਿਣ ਵਾਲੇ ਜੀਵ ਨੇ, ਜਿੰਨੇ ਵੀ ਪਾਣੀ ਵਿੱਚ ਰਹਿਣ ਵਾਲੇ ਜੀਵ ਨੇ, ਜਿੰਨੇ ਵੀ ਆਕਾਸ਼ ਦੇ ਵਿੱਚ ਉੱਡਣ ਵਾਲੇ ਜੀਵ ਨੇ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਇਹ ਫੈਸਲਾ ਹੈ ਕਿ ਇਹ ਸਾਰੇ ਦੇ ਸਾਰੇ ਪਰਮਾਤਮਾ ਦੇ ਨਾਮ ਜਪ ਰਹੇ ਨੇ। ਇਹਨਾਂ ਦੇ ਬੋਲ ਆਪਣੇ ਨਹੀਂ, ਪਰਮਾਤਮਾ ਬੋਲ ਰਿਹਾ ਹੈ। ਜੋ ਬੋਲਤ ਹੈ ਮਿਰਗਮੀਨ ਪੰਖੇਰੂ, ਸੋ ਬਿਨ ਜਾਪਤ ਹੈ ਨਹੀਂ ਹੋਰ। ਇੰਨਾ ਕੁਛ ਤੋ ਸਾਰੇ ਦੇ ਸਾਰੇ ਬੋਲ ਰਹੇ ਨੇ। ਕੁਝ ਜੀਵ ਇਹੋ ਜਿਹੇ ਵੀ ਨੇ ਜਿਸ ਤਰ੍ਹਾਂ ਜੀਵ ਇਹ ਬੋਲਦੇ ਰਹਿੰਦੇ ਹਨ, ਪਰਮਾਤਮਾ ਦਾ ਨਾਮ ਜਪਦੇ ਨੇ, ਪਰ ਇਹਦੇ ਵਿੱਚ ਮਹਾਰਾਜ ਨੇ ਸਾਰਿਆਂ ਦਾ ਪ੍ਰਮਾਣ ਦੇ ਦੇ ਕੇ ਮਨੁੱਖ ਨੂੰ ਸਮਝਾਉਣਾ ਵੀ ਕੀਤਾ ਕਿ ਬੰਦਿਆ ਤੂੰ ਵੀ ਕੁਝ ਸਮਝਣ ਦੇ ਯਤਨ ਕਰ, ਕਿਉਂਕਿ ਉਹ ਪ੍ਰਕਿਰਤੀ ਦੇ ਨਿਯਮਾਂ ਦੇ ਵਿੱਚ ਵੱਜੇ ਹੋਏ ਨੇ। ਪ੍ਰਕਿਰਤੀ ਆਪਣੇ ਨਿਯਮਾਂ ਦੇ ਵਿੱਚ ਉਹਨਾਂ ਨੂੰ ਨਾਮ ਜਪਾ ਰਹੀ ਹੈ। ਮਨੁੱਖਤਾ ਨੂੰ ਖੁੱਲ੍ਹਾ ਛੱਡਿਆ ਹੋਇਆ ਕਿ ਤੂੰ ਹੁਣ ਆਪ ਜਾਗਣ ਦੇ ਯਤਨ ਕਰ, ਤੂੰ ਆਪ ਜਾਗਣ ਦੇ ਯਤਨ ਕਰ। ਪਰ ਜਾਗੇ ਹੋਏ ਜਿਹੜੇ ਮਨੁੱਖ ਸੀ ਉਹ ਜਗਿਆਸੂ ਜਨ, ਉਹ ਦਿਨ ਰਾਤ ਉਹਨਾਂ ਦੇ ਜ਼ਿੰਦਗੀ ਦੇ ਵਿੱਚੋਂ ਸਮਾਂ ਖੋ ਜਾਂਦਾ ਹੈ, ਸਮਾਂ ਖੋ ਜਾਂਦਾ ਹੈ। ਤੇ ਸਮੇਂ ਨੂੰ ਖੋਣ ਵਾਸਤੇ ਹੀ ਮਨੁੱਖ ਸਮੇਂ ਦੀ ਕਦਰ ਕਰਦਾ ਹੈ। ਸਮੇਂ ਦੀ ਜਿਹੜੀ ਕਦਰ ਹੈ ਨਾ, ਜਿਹੜੇ ਬ੍ਰਾਹਮਣ ਲੋਕ ਨੇ, ਪੰਡਤ ਲੋਕ ਨੇ, ਉਹਨਾਂ ਨੇ ਜੇ ਕਿਸੇ ਦੇ ਵਿਆਹ ਸ਼ਾਦੀ ਦਾ ਦਿਨ ਕੱਢਿਆ ਹੋਵੇ ਨਾ, ਤੇ ਉਹ ਬ੍ਰਾਹਮਣ ਤੇ ਪੰਡਤ ਕਹਿ ਦੇਣ ਕਿ ਰਾਤ ਦਾ ਬਿਲਕੁਲ 1 ਵਜੇ ਦਾ ਸਮਾਂ ਤੁਹਾਡਾ ਕੱਢਿਆ ਗਿਆ ਲਾਵਾਂ ਦਾ, ਫੇਰਿਆਂ ਦਾ, ਕਿ ਰਾਤ ਨੂੰ 1 ਵਜੇ ਫੇਰੇ ਹੋਣੇ ਨੇ। ਤੇ ਉਹ ਟਾਈਮ ਤੋਂ ਕਦੇ
ਨਾ ਉਹ ਟਾਈਮ ਤੋਂ 2 ਮਿੰਟ ਪਹਿਲਾਂ ਕਰਨ ਅਤੇ ਨਾ ਟਾਈਮ ਤੋਂ ਕਦੇ 2 ਮਿੰਟ ਉੱਤੋਂ ਦੀ ਹੋਣ ਦੇਣ। ਪੱਕੇ ਟਾਈਮ 'ਤੇ। ਮਹਾਂਡਣ ਧਰਮ ਦੇ ਨਾਲ ਸੰਬੰਧਿਤ ਵੀਰ ਨੇ ਨਿਵਾਜ਼ਾਂ ਪੜ੍ਹਦੇ ਨੇ, ਆਪ ਜੀ ਨੇ ਕਦੇ ਦੇਖਿਆ ਹੋਣਾ, ਖੇਤਾਂ ਦੇ ਵਿੱਚ ਕੰਮ ਕਰਦੇ, ਜਿੱਥੇ ਨਿਵਾਜ਼ ਦਾ ਟਾਈਮ ਹੋ ਗਿਆ ਉੱਥੇ ਟਰੈਕਟਰ ਰੋਕ ਕੇ ਨਿਵਾਜ਼ ਪੜ੍ਹਦੇ ਨੇ। ਕੋਈ ਟਰੱਕ ਡਰਾਈਵਰ ਹੈ, ਟਰੱਕ ਚਲਾਉਂਦਿਆਂ ਚਲਾਉਂਦਿਆਂ ਜਿੱਥੇ ਮਰਜ਼ੀ ਹੋਵਣ, ਜਿੱਥੇ ਨਿਵਾਜ਼ ਦਾ ਟਾਈਮ ਹੋ ਗਿਆ ਥਾਂ 'ਤੇ ਬ੍ਰੇਕਾਂ ਮਾਰਨੀਆਂ, ਪਹਿਲਾਂ ਨਿਵਾਜ਼ ਪੜ੍ਹਨੀ ਹੈ, ਫਿਰ ਉਹਨਾਂ ਟਰੱਕ ਚਲਾਉਣਾ ਸ਼ੁਰੂ ਕਰਨਾ। ਇਹ ਉਹਨਾਂ ਦੀ ਜ਼ਿੰਦਗੀ ਦੇ ਅਸੂਲ ਨੇ, ਮਰਿਆਦਾ ਹੈ ਕਿ ਬਿਨਾਂ ਟਾਈਮ ਤੋਂ ਨਹੀਂ ਹੈ, ਬਿਨਾਂ ਟਾਈਮ ਤੋਂ ਨਹੀਂ ਹੈ, ਬਿਲਕੁਲ ਪੱਕੇ ਟਾਈਮ 'ਤੇ ਉਹਨਾਂ ਨੇ ਕਰਮ ਕਰਨੇ ਨੇ। ਜਿਹਦੇ ਕੋਲ ਸਮਾਂ ਜਿਹੜਾ ਹੈ ਇਹ ਖੋ ਜਾਂਦਾ ਹੈ, ਸਾਡੇ ਕੋਲ ਕੋਈ ਪੱਕਾ ਟਾਈਮ ਨਹੀਂ ਹੈ ਕਿਸੇ ਕੰਮ ਦਾ, ਸਾਡੇ ਕੋਲ ਕੋਈ ਪੱਕਾ ਟਾਈਮ ਨਹੀਂ ਹੈ। ਤਾਂ ਗੁਰੂ ਸਾਹਿਬ ਜੀ ਮਹਾਰਾਜ ਨੇ ਇੱਕ ਬਖਸ਼ਿਸ਼ ਵੀ ਕੀਤੀ ਹੈ, ਮਹਾਰਾਜ ਨੇ ਸਾਡੇ 'ਤੇ, ਕਿ ਤੁਹਾਨੂੰ ਲੋੜ ਨਹੀਂ ਹੈ ਕੰਮ ਛੱਡਣ ਦੀ, ਕੰਮ ਛੱਡ ਕੇ ਨਹੀਂ, ਹੱਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਥ। ਤੁਸੀਂ ਕੰਮ ਕਰਦੇ ਕਰਦੇ ਪਰਮੇਸ਼ਰ ਦੇ ਨਾਮ ਨੂੰ ਜਪ ਸਕਦੇ ਹੋ, ਕੰਮ ਕਰਦੇ ਕਰਦੇ। ਤਾਂ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਜਿੰਨਾ ਕੁਝ ਵੀ ਇਹ ਸ੍ਰਿਸ਼ਟੀ ਦੇ ਵਿੱਚ ਚੱਲ ਰਿਹਾ ਹੈ, ਇਹ ਸਾਰੇ ਦੇ ਸਾਰੇ ਪਰਮਾਤਮਾ ਦਾ ਨਾਮ ਜਪਦੇ ਨੇ। ਤੇ 3 ਜਗ੍ਹਾ 'ਤੇ ਸ੍ਰਿਸ਼ਟੀ ਜਿਹੜੀ ਹੈ ਇਹ ਪੈਦਾ ਹੁੰਦੀ ਹੈ। ਤੇ ਗੁਰੂ ਸਾਹਿਬ ਜੀ ਮਹਾਰਾਜ ਜੀ ਨੇ ਵਚਨ ਕੀਤੇ ਨੇ ਕਿ ਤੂੰ ਆਪ ਹੁਣ ਜਾਗ, ਤੂੰ ਵੀ ਪਰਮੇਸ਼ਰ ਦੇ ਨਾਮ ਨੂੰ ਜਪਿਆ ਕਰ, ਜਿਸ ਤਰ੍ਹਾਂ ਇਹ ਨਾਮ ਜਪਦੇ ਨੇ। ਪਰਮੇਸ਼ਰ ਦਾ ਨਾਮ ਜਪਦੇ ਆ ਮਨੁੱਖ ਦੇ ਕੋਲ ਕਿੰਨਾ ਕੁਛ ਇਹਨੂੰ ਪ੍ਰਾਪਤ ਹੁੰਦਾ ਹੈ। ਤੋ ਕੇਰਾਂ ਤੇ ਇਹ ਦੁਨੀਆ ਜਿਹੜੀ ਹੈ ਬੜੇ ਮਖੌਲ ਰੂਪ ਦੇ ਵਿੱਚ ਲੈਂਦੀ ਹੈ ਨਾਮ ਜਪਣ ਵਾਲਿਆਂ ਨੂੰ, ਬੜੇ ਛੋਟੇਪਣ ਦੇ ਵਿੱਚ ਦੁਨੀਆ ਲੈਂਦੀ ਹੈ ਨਾਮ ਜਪਣ ਵਾਲਿਆਂ ਨੂੰ, ਸੇਵਾ ਕਰਨ ਵਾਲਿਆਂ ਨੂੰ। ਆ ਸੇਵਾ ਕਰਨ ਵਾਲਿਆਂ ਨੂੰ ਤੇ ਨਾਮ ਜਪਣ ਵਾਲਿਆਂ ਨੂੰ, ਧਾਰਮਿਕ ਸਥਾਨਾਂ ਨੂੰ ਇਹਨਾਂ ਦੀ ਇੱਕ ਗੱਲ ਤੇ ਮੁੱਖ ਹੀ ਰੱਖੀ ਹੋਈ ਹੈ ਕਿ ਤੁਸੀਂ ਤਾਂ ਮੰਗ ਕੇ ਖਾਣ ਵਾਲੇ ਹੋ, ਇਹ ਮੁੱਖ ਗੱਲ ਹੈ। ਮੰਗਦੇ ਤੇ ਸਾਰੇ ਹੀ ਨੇ, ਮੰਗਦਾ ਕੌਣ ਨਹੀਂ, ਪਰਮਾਤਮਾ ਤੋਂ ਵੀ ਤੇ ਮੰਗਿਆ ਜਾਂਦਾ। ਬਸ ਫਰਕ ਇੰਨਾ ਕੀ ਹੈ ਕਿ ਕੋਈ ਧਾਰਮਿਕ ਸਥਾਨ ਦੇ ਬਾਹਰ ਬੈਠ ਕੇ ਮੰਗ ਲੈਂਦਾ ਤੇ ਕੋਈ ਅੰਦਰ ਆ ਕੇ ਮੰਗ ਲੈਂਦਾ ਹੈ ਸਾਰੇ ਮੰਗਤੇ ਹੀ। ਗੁਰੂ ਸਾਹਿਬ ਜੀ ਮਹਾਰਾਜ ਨੇ ਸਾਨੂੰ ਤੇ ਐਲਾਨੀਆਂ ਕਿਹਾ, ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ, ਕਹੋ ਨਾਨਕ ਮਨ ਸਿਮਰਤੇ ਪੂਰਨ ਹੋਵੇ ਕਾਮ। ਇਹ ਜਿਹੜਾ ਸਾਰਾ ਜਗਤ ਹੈ ਨਾ, ਇਹ ਸਾਰੇ ਦਾ ਸਾਰਾ ਭਿਖਾਰੀਆਂ ਦਾ ਜਗਤ ਹੈ। ਸਭ ਦੇ ਸਭ ਭਿਖਾਰੀ ਨੇ, ਮੰਗਣ ਵਾਲੇ ਨੇ, ਸਭ ਦੇ ਸਭ ਮੰਗਤੇ ਨੇ, ਸਿੱਧੇ ਲਫ਼ਜ਼ਾਂ ਦੇ ਵਿੱਚ ਕਹਿ ਲਓ। ਕਿਉਂਕਿ ਗੁਰੂ ਸਾਹਿਬ ਜੀ ਮਹਾਰਾਜ ਦੇ ਬਚਨ ਨੇ ਨਾ, 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ, ਇਸੇ ਵਾਸਤੇ ਕਿਹਾ ਜਾਂਦਾ। ਉਂਝ ਤੇ ਜੇ ਕਿਸੇ ਨੂੰ ਕਿਹਾ ਜਾਵੇ, ਅਗਲਾ ਕਹਿ ਦਿੰਦਾ ਹੈ ਕਿ ਮੇਰੇ ਵਰਗਾ ਤੇ ਸਮਾਜ ਦੇ ਵਿੱਚ ਅਮੀਰ ਕੋਈ ਨਹੀਂ, ਮੈਨੂੰ ਮੰਗਤਾ ਕਿਵੇਂ ਕਿਹਾ ਜਾਂਦਾ। ਇਹ ਸ਼ਬਦ ਵਰਤੇ ਜਾਂਦੇ ਹਨ। ਤੋ ਨਾਮ ਜਪਣ ਵਾਲਿਆਂ ਦੇ ਵਾਸਤੇ ਇਹ ਸ਼ਬਦ ਵਰਤੇ ਜਾਂਦੇ ਨੇ ਕਿ ਤੁਸੀਂ ਤੇ ਮੰਗ ਖਾਣੇ ਹੋ। ਤਾਂ ਗੁਰੂ ਸਾਹਿਬ ਜੀ ਮਹਾਰਾਜ ਇੱਕ ਬਚਨ ਕਰਦੇ ਨੇ, ਅਕਾਲ ਪੁਰਖ ਨੇ, ਇਹ ਜਿਹੜੀ ਦੁਨੀਆਦਾਰੀ ਦੇ ਵਿੱਚ ਜਿੰਨਾ ਰਹੁ ਰੀਤ ਰਿਵਾਜ ਚੱਲਿਆ ਹੈ, ਇਹ ਕੋਈ ਸਮਾਜ ਦੇ ਵਿੱਚ ਬਹੁਤਾ ਚੰਗਾ ਨਹੀਂ ਚੱਲਿਆ ਹੋਇਆ। ਤਾਂ ਉਹਨਾਂ ਨੂੰ ਨਾਮ ਜਪਣ ਵਾਲਿਆਂ ਨੂੰ, ਸੇਵਾ ਕਰਨ ਵਾਲਿਆਂ ਨੂੰ, ਸਿਮਰਨ ਕਰਨ ਵਾਲਿਆਂ ਨੂੰ ਬੜੇ ਛੋਟੇ ਸਮਝਿਆ ਜਾਂਦਾ ਹੈ। ਹੋਰਾਂ ਦੀ ਤਾਂ ਗੱਲ ਛੱਡੋ, ਜਦੋਂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੀ ਬਰਾਤ ਗਈ ਸੀ ਤੇ ਜਦੋਂ ਬਾਬਾ ਬੁੱਢਾ ਸਾਹਿਬ ਜੀ, ਹੋਰ ਵੀ ਅਨੇਕਾਂ ਸਿੱਖ ਮਹਾਰਾਜ ਦੇ ਸੇਵਕ, ਤੁਹਾਨੂੰ ਪਤਾ ਹੀ ਹੈ,
ਸਾਧੂਆਂ ਵਾਲੇ ਬਾਣੇ, ਸਾਰੇ ਧਰਮਾਂ ਦੇ ਲੋਕ ਬਾਬੇ ਨਾਨਕ ਦੀ ਬਰਾਤ ਵਿੱਚ ਚਲੇ ਗਏ। ਜਦੋਂ ਬਰਾਤ ਚਲੀ ਗਈ ਨਾ, ਤੇ ਗੁਰੂ ਨਾਨਕ ਦੇ ਸਹੁਰਾ ਸਾਹਿਬ ਨੂੰ ਕਿਸੇ ਨੇ ਇਹ ਬਚਨ ਕਰ ਦਿੱਤਾ। ਇੱਕ ਸੁਣਿਓ ਜਰਾ ਧਿਆਨ ਦੇ ਨਾਲ। ਕਹਿਣ ਲੱਗੇ, ਤੁਸੀਂ ਤੇ ਆਪਣੀ ਲੜਕੀ ਮੰਗ ਖਾਣੇ ਸਾਧਾਂ ਨੂੰ ਦੇਤੀ। ਇਹ ਬਚਨ ਬੋਲੇ ਸੀ, ਤੁਸੀਂ ਆਪਣੀ ਲੜਕੀ ਤੇ ਮੰਗ ਖਾਣੇ ਸਾਧਾਂ ਨੂੰ ਦੇਤੀ, ਤੇ ਸਾਰੇ ਦੇ ਸਾਰੇ ਸਾਧ ਨੇ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਸਾਧ ਦੀ ਮਹਿਮਾ ਸਮਾਜ ਦੇ ਵਿੱਚ ਬੜੀ ਵੱਡੀ ਦੱਸੀ ਹੈ। ਮਹਾਰਾਜ ਕਹਿੰਦੇ, ਸਾਧ ਕੀ ਮਹਿਮਾ ਵੇਦ ਨਾ ਜਾਣੈ, ਜੇਤਾ ਸੁਣੈ ਤੇਤਾ ਵਖਾਨੈ। ਸਾਧੂ ਦੀ ਮਹਿਮਾ ਬੜੀ ਵੱਡੀ ਮਹਾਰਾਜ ਨੇ, ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਦੱਸੀ। ਇਹ ਦੁਨੀਆ ਸਾਧੂਆਂ ਦੇ ਕੋਲ ਜਾਂਦੀ ਹੈ ਕਿ ਸਾਧੂ ਕੋਈ ਨਾ ਕੋਈ ਬਚਨ ਕਰਦੇ ਤੇ ਉਸ ਬਚਨ ਦੇ ਨਾਲ ਅਸੀਂ ਅਮੀਰ ਹੋ ਜਾਈਏ, ਅਮੀਰ ਹੋ ਜਾਈਏ। ਤੇ ਸਾਧੂਆਂ ਦੇ ਬਚਨ ਦੇ ਨਾਲ ਅਮੀਰ ਹੁੰਦੇ ਵੀ ਨੇ। ਐਸਾ ਕੋਈ ਨਹੀਂ ਹੈ, ਭਾਵੇਂ ਕੁਛ ਵੀ ਨਾਸ ਹੋ ਜਾਵੇ, ਪਰ ਸਾਧੂ ਦੇ ਕਦੇ ਬਚਨ ਨਹੀਂ ਟਲਦੇ ਹੁੰਦੇ। ਤੋ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਸਹੁਰੇ ਨੂੰ ਇਹ ਗੱਲ ਜਦੋਂ ਕਹੀ, ਤੇ ਉਹ ਵਿਆਹਾਂ ਸ਼ਾਦੀਆਂ ਦੇ ਵਿੱਚ ਸਾਰੇ ਪ੍ਰਕਾਰ ਦੇ ਲੋਕ ਇਕੱਠੇ ਹੋਏ ਹੁੰਦੇ ਨੇ। ਜਿਹਨੂੰ ਅਸੀਂ ਚੱਕ ਕਹਿ ਦਿੰਦੇ ਹਾਂ, ਚੱਕ ਦੇਤੀ, ਉਹ ਕਹਿੰਦੇ ਵੀ ਠੀਕ ਹੈ, ਇਹ ਤਾਂ ਗੱਲ ਤੁਹਾਡੀ, ਇਹ ਤਾਂ ਸਾਰੇ ਦੇ ਸਾਰੇ ਸਾਧ ਨੇ। ਤੇ ਸਾਧੂ ਤੇ ਤਾਂ ਨਗਰ ਖੇੜਿਆਂ ਦੇ ਵਿੱਚੋਂ ਮੰਗ ਕੇ ਭੋਜਨ ਛਕਦੇ ਨੇ। ਚੱਕ ਐਸੀ ਹੈ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਨੂੰ ਬੜੀ ਥਾਂ ਤੋਂ ਬਚਾਉਂਦੇ ਨੇ, ਬੜੀਆਂ ਥਾਵਾਂ ਤੋਂ। ਕੱਲੀ ਇਸੇ ਗੱਲ ਤੇ ਨਾ ਖੜਿਆ ਕਰੋ ਵੀ ਮਹਾਰਾਜ ਦਾ ਅੰਮ੍ਰਿਤ ਛਕ ਲਓ ਤੇ ਮਹਾਰਾਜ ਦੇ ਸਿੱਖ ਬਣ ਗਏ। ਇਸੇ ਗੱਲ ਤੇ ਨਾ ਕੱਲਾ ਖੜਿਆ ਕਰੋ। ਬਾਕੀ ਦੀਆਂ 9 ਪਾਤਸ਼ਾਹੀਆਂ ਨੇ ਕੀ ਕੀਤਾ ਸੀ, ਉਹ ਵੀ ਜਰਾ ਧਿਆਨ ਦੇ ਨਾਲ ਸੁਣਨਾ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਸਾਨੂੰ ਸੁਚੇਤ ਕੀਤਾ, ਚੱਕ ਤੋਂ ਬਚ ਕੇ ਰਹੀਂ। 100 ਬੰਦਾ ਲੱਗ ਕੇ ਜੇ ਭਾਰ ਚੁੱਕਣਾ ਚਾਹਵੇ ਤੇ ਨਾ ਚੁੱਕਿਆ ਜਾਵੇ, ਹੋ ਸਕਦਾ ਨਾ ਚੁੱਕਿਆ ਜਾਵੇ, ਪਰ ਜੇ ਉਸੇ ਭਾਰ ਦੇ ਥੱਲੇ ਕੋਈ ਲੋਹੇ ਦਾ ਸਾਧਨ ਆ ਕੇ ਤੇ ਫਿਰ ਉਹਨੂੰ ਚੁੱਕਿਆ ਜਾ ਸਕਦਾ ਹੈ। ਸਮਾਜ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਹੈਗੀਆਂ, ਤੁਸੀਂ ਦੇਖਦੇ ਹੋ, ਜਿਹੜੇ ਦਰਖਤ ਨੂੰ 10 ਬੰਦੇ ਨਹੀਂ ਨਾ ਚੱਕ ਸਕਦੇ ਤੇ ਕਰੇਨ ਕੱਲੀ ਚੱਕ ਕੇ ਲੈ ਜਾਂਦੀ ਹੈ। ਚੱਕ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ, ਇਸ ਚੱਕ ਤੋਂ ਬਚੀ। ਜੇ ਚੱਕ ਦੇ ਵਿੱਚ ਆ ਗਿਆ ਨਾ, ਤੇ ਫਿਰ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ, ਇਹ ਚੱਕ ਨੇ ਤੇਰੇ ਘਰ ਨੂੰ, ਪੂਰੇ ਪਰਿਵਾਰ ਨੂੰ ਬਰਬਾਦ ਕਰ ਦੇਣਾ ਹੈ। ਤੇ ਇਹ ਚੱਕ ਪੈਦਾ ਕਦੋਂ ਹੁੰਦੀ ਹੈ? ਜਦੋਂ ਪਰਿਵਾਰ ਦੇ ਵਿੱਚ ਆਪਸੀ ਫੁੱਟ ਪੈਦਾ ਹੋ ਜੇ। ਜਦੋਂ ਪਰਿਵਾਰ ਵਾਲੇ ਆਪਸ ਵਿੱਚ ਹੀ ਲੜਨ ਲੱਗ ਜਾਣ, ਫਿਰ ਉਹ ਜਿਹੜਾ ਤੀਸਰਾ ਆਉਂਦਾ ਹੈ, ਫਿਰ ਉਹ ਕੋਈ ਨਾ ਕੋਈ ਚੱਕ ਮਾਰਦਾ ਵਿੱਚ, ਤੇ ਉਹ ਚੱਕ ਤੋਂ ਜਿਹੜੇ ਪਰਿਵਾਰ ਬਚ ਗਏ, ਉਹ ਵਸਦੇ ਰਸਦਿਆਂ 'ਚ, ਜਿਹੜੇ ਨਹੀਂ ਬਚੇ ਸਭ ਦੇ ਸਭ ਉਜੜ ਗਏ। ਉਹ ਚੱਕ ਤੋਂ, ਉਹ ਚੱਕ ਤੋਂ ਬਚੀ। ਮਹਾਰਾਜ ਕਹਿੰਦੇ ਬੜੀ ਜਗ੍ਹਾ ਤੇ ਬਚਾਇਆ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ, ਕੋਈ ਸਾਨੂੰ ਇੱਕ ਜਗ੍ਹਾ ਤੋਂ ਨਹੀਂ, ਬੜੀਆਂ ਜਗ੍ਹਾ ਤੋਂ ਬਚਾਇਆ ਹੋਇਆ। ਉਹ ਤੋਂ ਬਚੀ ਕਹਿੰਦੇ ਮਹਾਰਾਜ। ਹੁਣ ਚੱਕ ਸੀ, ਦੇਣ ਵਾਲੇ ਨੇ ਦੇਤੀ, ਤੇ ਸਾਰੇ ਕਹਿੰਦੇ ਵੀ ਗੱਲ ਤਾਂ ਠੀਕ ਹੈ, ਵੀ ਤਾਂ ਆਪਾਂ ਲੜਕੀ ਸਾਧਾਂ ਨੂੰ ਦੇ ਚੁੱਕੇ ਹਾਂ, ਇਹ ਤਾਂ ਗਲਤ ਕਰਮ ਹੋ ਗਿਆ। ਇਹ ਗੱਲ ਸਾਰਿਆਂ ਨੇ ਮਸ਼ਵਰਾ ਕਰ ਲਈ, ਤੇ ਫਿਰ ਉੱਥੇ ਗੱਲ ਸਿਰੇ ਲਾਉਣ ਵਾਲੇ ਵੀ ਬਥੇਰੇ ਬੈਠੇ ਹੁੰਦੇ ਨੇ। ਗੱਲ ਸਿਰੇ ਲਾਉਣ ਵਾਲੇ ਇੱਕ ਕਹਿਣ ਲੱਗਿਆ, ਇਹ ਕੰਮ ਤੇ ਆਪਾਂ ਬੜੇ ਆਸਾਨ ਤਰੀਕੇ ਦੇ ਨਾਲ ਕਰ ਸਕਦੇ ਹਾਂ। ਕਹਿੰਦੇ ਵੀ ਉਹ ਕਿਵੇਂ? ਵੀ ਹੁਣ ਬਰਾਤ ਤੇ ਮੋੜੀ ਨਹੀਂ ਜਾ ਸਕਦੀ, ਤੁਰਤ ਮੌਕੇ ਤੇ ਬਰਾਤ ਤੇ ਮੋੜੀ ਨਹੀਂ ਜਾ ਸਕਦੀ, ਪਰ ਇਹ ਕੰਮ ਆਸਾਨ ਤਰੀਕੇ ਨਾਲ ਕਰ ਸਕਦੇ ਹਾਂ। ਕਹਿੰਦੇ ਉਹ ਕਿਵੇਂ ਕਰਾਂਗੇ?
ਕਹਿੰਦੇ ਤੁਸੀਂ ਇੰਝ ਕਰੋ, ਜਿਹੜੀ ਆਪਣੀ ਬਹੁਤ ਵੱਡੀ ਕੱਚੀ ਕੰਧ ਹੈ ਨਾ, ਜਿਹੜੀ ਡਿੱਗਣ ਵਾਲੀ ਹੈ, ਤੁਸੀਂ ਇਹ ਗੱਲ ਕਹਿ ਦਿਓ ਕਿ ਅਸੀਂ ਜਿੰਨੀਆਂ ਵਿਆਹ ਦੀਆਂ ਰਸਮਾਂ ਨੇ ਉਹ ਕੰਧ ਦੇ ਕੋਲੇ ਬਿਠਾ ਕੇ ਕਰਨੀਆਂ ਨੇ। ਉਹ ਕੰਧ ਦੇ ਕੋਲੇ ਬਿਠਾ ਕੇ ਕਰਨੀਆਂ। ਪਹਿਲੀ ਗੱਲ ਤੇ ਕੰਧ ਆਪਣੇ ਆਪ ਡਿੱਗ ਪੂ। ਉਦੋਂ ਕੱਚੀਆਂ ਕੰਧਾਂ ਹੁੰਦੀਆਂ ਸੀ, ਉਦੋਂ ਕਿਹੜੇ ਮਹਿਲ ਬੰਗਲੇ ਹੁੰਦੇ ਸੀ, ਅੱਜ ਤੱਕ ਕੱਚੀਆਂ ਕੰਧਾਂ ਚੱਲਦੀਆਂ ਆਈਆਂ ਨੇ। ਇਹ ਤੇ ਸਮੇਂ ਦਾ ਦੌਰ ਹੈ। ਜਿਨ੍ਹਾਂ ਸਮਿਆਂ ਦੇ ਵਿੱਚ ਕੱਚੇ ਲੋਕਾਂ ਦੇ ਘਰ ਹੁੰਦੇ ਸੀ, ਲੋਕ ਆਪਣੀ ਜ਼ਬਾਨ ਦੇ ਤੇ ਆਪਣੇ ਕੰਮ ਦੇ ਪੱਕੇ ਹੁੰਦੇ ਸੀ। ਹੁਣ ਘਰ ਹੋ ਗਏ ਪੱਕੇ, ਨਾ ਕਿਸੇ ਦੀ ਜ਼ਬਾਨ ਰਹੀ ਹੈ, ਨਾ ਕਿਸੇ ਦਾ ਕੋਈ ਕੰਮ ਰਿਹਾ, ਮਤਲਬ ਹੀ ਨਹੀਂ ਕੋਈ ਰਹਿ ਗਿਆ। ਘਰ ਪੱਕੇ ਕਰ ਗਏ, ਇਹਨਾਂ ਦੀਆਂ ਜ਼ਬਾਨਾਂ ਕੱਚੀਆਂ ਹੋ ਗਈਆਂ। ਤੋ ਉਹਨਾਂ ਨੇ ਕੀ ਕੀਤਾ, ਐਸੇ ਤਰ੍ਹਾਂ ਹੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੂੰ ਕੱਚੀ ਕੰਧ ਦੇ ਕੋਲ ਬਿਠਾ ਲਿਆ। ਕਹਿੰਦੇ ਵਿਆਹ ਦੀਆਂ ਸਾਰੀਆਂ ਰਸਮਾਂ ਇੱਥੇ ਹੀ ਕਰਨੀਆਂ ਨੇ, ਵੀ ਕੰਧ ਆਪੇ ਡਿੱਗ ਪਊਗੀ। ਜਦੋਂ ਕੰਧ ਦੇ ਥੱਲੇ ਆ ਗਏ ਤੇ ਬਰਾਤ ਆਪਣੇ ਆਪ ਮੁੜ ਜੂਗੀ। ਉਹਦੇ ਵਿੱਚ ਇੱਕ ਔਰਤ ਸੀ ਜਿਹਨੇ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੂੰ ਕੰਧ ਦੇ ਕੋਲੇ ਬੈਠਿਆਂ ਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਜਾ ਕੇ। ਉਹ ਕਹਿਣ ਲੱਗੀ, ਨਾਨਕ, ਕਹਿੰਦੇ ਇਹਨਾਂ ਨੇ ਵਿਆਹ ਦੀਆਂ ਰਸਮਾਂ ਕਿਹੜੀਆਂ ਕਰਨੀਆਂ ਨੇ? ਇਹ ਜਿਹੜੇ ਕੱਚੀ ਕੰਧ ਹੈ ਨਾ ਡਿੱਗਣ ਵਾਲੀ, ਇਹ ਪਹਿਲੀ ਗੱਲ ਤਾਂ ਤੁਹਾਡੇ ਤੇ ਆਪ ਡਿੱਗ ਪਊਗੀ, ਤੇ ਜੇ ਨਾ ਡਿੱਗੀ ਤੇ ਕੰਧ ਦੇ ਦੂਸਰੇ ਪਾਸੋਂ ਧੱਕਾ ਲਾ ਕੇ ਇਹਨਾਂ ਨੇ ਤੁਹਾਨੂੰ ਕੰਧ ਥੱਲੇ ਦੇ ਕੇ ਖਤਮ ਕਰਨਾ ਹੈ। ਲੜਕੀ ਇਹਨਾਂ ਨੇ ਤੁਹਾਨੂੰ ਦੇਣੀ ਨਹੀਂ ਹੈ। ਇਹ ਬਚਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੂੰ ਜਾ ਕੇ ਦੱਸ ਦਿੱਤੇ ਸੀ। ਜਦੋਂ ਇਹ ਬਚਨ ਉਸਨੇ ਜਾ ਕੇ ਦੱਸੇ ਤੇ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਹਿਣ ਲੱਗੇ, ਇਹ ਅਕਾਲ ਪੁਰਖ ਮਹਾਰਾਜ ਦੀਆਂ ਖੇਡਾਂ ਨੇ। ਤੋ ਆ ਕੇ ਦੱਸਿਆ, ਤੇਰਾ ਨਾਮ ਇਸ ਦੁਨੀਆ ਦੇ ਵਿੱਚ ਰਹੂਗਾ ਕਿ ਤੂੰ ਆ ਕੇ ਸਾਡੀ ਮਦਦ ਕੀਤੀ ਹੈ। ਪਰ ਇਹਨਾਂ ਨੇ ਕੋਈ ਬਹੁਤੀ ਚੰਗੀ ਸੋਚਣੀ ਨਹੀਂ ਸੋਚੀ। ਇਹਨਾਂ ਨੇ ਬਹੁਤੀ ਚੰਗੀ ਸੋਚ ਨਹੀਂ ਹੈ। ਸੋਚ ਭਾਵੇਂ ਬੰਦੇ ਦੇ ਜਿੰਨੀ ਮਰਜ਼ੀ ਚੰਗੀ ਹੋਵੇ, ਪਰ ਜਿਹੜੀ ਚੱਕ ਹੈ ਨਾ, ਇਹ ਬੰਦੇ ਨੂੰ ਪੂਰੇ ਦੇ ਪੂਰੀ ਤਬਦੀਲ ਕਰਕੇ ਰੱਖ ਦਿੰਦੀ ਹੈ। ਚੱਕ ਦੇ ਵਿੱਚ ਕੀ ਹੁੰਦਾ ਹੈ, ਇੱਕ ਦੀ ਗੱਲ ਸੁਣ ਕੇ ਬੰਦਾ ਚੱਕ ਦੇ ਵਿੱਚ ਆ ਜਾਂਦਾ ਹੈ, ਤੇ ਉਹਨੂੰ ਹੁੰਦਾ ਕਿ ਸ਼ਾਇਦ ਜਿਹੜਾ ਦੂਜਾ ਮੇਰਾ ਸਕਾ ਹੈ ਉਹ ਮੇਰੀ ਵਿਰੋਧਤਾ ਕਰ ਰਿਹਾ ਹੈ। ਫਿਰ ਉਹ ਜਿਹੜਾ ਚੱਕ ਦੇ ਵਿੱਚ ਆਇਆ ਹੁੰਦਾ ਉਹਦੇ ਨਾਲ ਕੋਈ ਗੱਲਬਾਤ ਤੇ ਕਰਦਾ ਨਹੀਂ, ਸਿੱਧਾ ਉਹਦੇ ਨਾਲ ਆਪਣਾ ਵੈਰ ਵਿਰੋਧ ਸ਼ੁਰੂ ਕਰ ਦਿੰਦਾ ਹੈ। ਤੇ ਜਿਹਨੇ ਚੱਕ ਦੇ ਵਿੱਚ ਨਹੀਂ ਆਉਣਾ, ਇਹ ਸਮਾਜ ਦੇ ਵਿੱਚ ਨਿਯਮ ਨੇ, ਸਮਾਜ ਵਿੱਚ ਆਮ ਗੱਲਾਂ ਨੇ। ਜਦੋਂ ਕੋਈ ਸਾਨੂੰ ਚੱਕ ਦੇ ਵਿੱਚ ਲਿਆਉਂਦਾ ਹੈ, ਜਿਹਦੇ ਕਰਕੇ ਅਸੀਂ ਚੱਕ ਦੇ ਵਿੱਚ ਆ ਕੇ ਆਪਣਾ ਘਰ ਬਰਬਾਦ ਕਰ ਲੈਂਦੇ ਹਾਂ, ਅਗਰਵਾਈਜ਼ ਜੇ ਉਹ ਇੱਕ ਵਾਰੀ ਗੁਰੂ ਨਾਨਕ ਦੇ ਘਰ ਦੇ ਮੁਤਾਬਕ ਕਰਾਮਾਤ ਦਿਖਾਉਣ ਤੋਂ ਪਹਿਲਾਂ ਮੁਲਾਕਾਤ ਕਰ ਲੈਣਾ, ਤੇ ਸਾਰੇ ਦੇ ਸਾਰੇ ਝਗੜੇ ਉੱਥੇ ਖਤਮ ਹੋ ਜਾਂਦੇ ਨੇ। ਪਰ ਮਨੁੱਖ ਕੀ ਕਰਦਾ, ਇਹ ਚੱਕ ਦੇ ਵਿੱਚ ਆ ਜਾਂਦਾ ਹੈ। ਚੱਕ ਦੇ ਵਿੱਚ ਆ ਕੇ ਤਕਰੀਬਨ ਅਸੀਂ ਕਹਿ ਸਕਦੇ ਹਾਂ ਕਿ 90-92% ਲੋਕ ਹੈ ਜਿਹੜੇ ਚੱਕ ਦੇ, ਕਿਸੇ ਦੀ ਚੱਕ ਦੇ ਵਿੱਚ, ਬਗਾਨੇ ਦੀ ਚੱਕ ਦੇ ਵਿੱਚ ਆ ਕੇ ਆਪਣਾ ਘਰ ਜਿਹੜਾ ਉਹ ਉਜਾੜ ਲੈਂਦੇ ਨੇ। ਇਤਨੇ ਲੋਕਾਂ ਦੀ ਗਿਣਤੀ ਹੈ। ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਸਾਨੂੰ ਰੋਕਦੀ ਹੈ ਕਿ ਤੂੰ ਰੁਕ, ਜਰਾ ਜਿਰਾਂਦ ਕਰ। ਜਿੰਨਾ ਦਿਮਾਗ ਤੈਨੂੰ ਚੱਕ ਦੇਣ ਵਾਲੇ ਨੂੰ ਪਰਮਾਤਮਾ ਨੇ ਦਿੱਤਾ ਹੈ ਨਾ, ਦਿਮਾਗ ਤੇਰੇ ਵੀ ਪਰਮਾਤਮਾ ਨੇ ਉਹ ਨਹੀਂ ਲਾਇਆ ਹੋਇਆ। ਤੇਰੇ ਨਾਲ ਕੋਈ ਪਰਮਾਤਮਾ ਨੇ ਵਿਤਕਰਾ ਨਹੀਂ ਕੀਤਾ ਹੋਇਆ ਵੀ ਉਹਦੇ ਵੱਧ ਲਾਇਆ ਤੇ ਤੇਰੇ ਘੱਟ ਲਾਇਆ। ਉਹ ਲੰਬੀ ਸੋਚਦਾ ਤੇ ਤੂੰ ਸੋਚਦਾ ਨਹੀਂ ਹੈ। ਪਰਮਾਤਮਾ ਨੇ ਤੈਨੂੰ ਇੱਕੋ ਜਿਹਾ ਸਰੀਰ, ਇੱਕੋ ਜਿਹਾ ਦਿਮਾਗ ਤੈਨੂੰ ਦਿੱਤਾ ਹੋਇਆ, ਤੂੰ ਆਪ ਸੋਚ। ਪਰ ਮਨੁੱਖ ਚੱਕ ਦੇ ਵਿੱਚ ਆ ਜਾਂਦਾ। ਚੱਕ ਦੇ ਵਿੱਚ ਆਏ, ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਉਸ ਔਰਤ ਨੂੰ ਕਹਿਣ ਲੱਗੇ, ਕਹਿੰਦੇ ਨਾ ਤੇ ਇਹ ਕੰਧ ਅੱਜ ਡਿੱਗੇ,
ना डिगे कल ते ना इनू कोई डेगण वाला है। आने वाले जुगां तक ये कंध किसी तो डिगेगी नहीं, एवं कच्ची खड़ी रहूगी। बोलो सतनाम। ये कंध किसी तो डिगेगी नहीं। बड़े यतन किए गए सी बाबे नानक दे बरात दे विच भी ये गल। ਚੱਕ देन वाले दे जाते ने, कहते तुसी ते मंग खाने, साधा नूं लड़की दे दी, ਚੱਕ दे दित्ती। किड्डा वड्डा कारज हो गया, किड्डे वड्डे कारज दे विच विघन पाया। ये तुरिया जांदा मनुख कारज दे विच विघन पा जांदा है। जिन्हें ਚੱਕ देनी हुंदी है, कहंदे ओ चुगल खोर चुगलियों ना बाज रहिंदे, गल कहंदियां कहंदियां कह जांदे। कच्चे कोठियां नूं जेकर लिपीए ना ढैंदियां ढैंदियां ढह जांदे, गल कह जांदे ने तुरे तुरे। किसी ने कहा सी, चलो इतिहास दे विच ते पढ़िया एक मरासन नूं, कहंदे साडे गवांढियां दा मुंडा विआहिया गया ते हुण भानी मारनी है। वो कहंदे भी जदों मुंडा ही विआहिया गया ते हुण भानी मार के की करांगे। उदों किहड़ा पुराने जमानिਆਂ ਦੇ ਵਿੱਚ ਇਹ ਹੁੰਦਾ ਸੀਗਾ कि अज विआह हो गया तो 4 दिनों ਨੂੰ तलाक हो गया। वो तो यह काम नहीं सी। उन्हें लालच देता, कहंदा सवा मन छोले तेरे घरे सिट के जाऊंगा पर भानी मार। ਚੱਕ ਜਿਹਨੂੰ ਕਹਿੰਦੇ ਨੇ। ਉਹ ਕਹਿੰਦੀ ਫਿਰ ਠੀਕ ਹੈ, ਉਹਨਾਂ ਸਮਿਆਂ ਦੇ ਵਿੱਚ ਛੋਲੇ ਹੀ ਮਸ਼ਹੂਰ ਹੁੰਦੇ ਸੀਗੇ। ठीक है, जे सवा मन छोले फ्री दे विच देओगे फिर मैं मारे उन्हें। दूजा दिन होया, विआह गया एक दिन लड़का, तो दूजे दिन चली गई उन्होंने घरे। जाने आ ना सलामी वगैरह देन, ये सारा कुछ सिर ते भी हथ रख के आने। साडे भी चलता सारा कुछ विआहां दे विच 5-5 10-10 दिन बच्चों के सिर ते हथ रखी जाने। कदे उन्होंने सलामी देती, कदे उन्होंने ये करता जो करता, कदे नूह नूं देख लिया, कदे अपने पुत नूं देख लिया। बड़ी सचियारी लगती है, बड़ी उच्ची सुच्ची है। 6 महीनों बाद उसे नूं गालां कढ़न लग जाते हैं। ये तो दुनियादारी की फितरत बन गई है। हुण तां लोकां दा कोई दीन धर्म ही नहीं रह गया। पहलां तां कही जाणगे बड़ा कुछ वधिया, बड़ा दाज लेके आई है, बड़ी सोहनी सुनक्खी है, बड़ी पढ़ी लिखी है। 6 महीनों बाद उसे नूं गालां कढ़ी जाणगे। पता नहीं इन्हां नूं की हो गया भी, जां तां तुसीं पहलां ही चंगा ना कहो, जे पहलां चंगा कहे तो हुण मंदा ना कहो। एक पक्ष ते तां रहो। गुरु साहिब जी किरपा करन। उन्हां समयां दे विच ओह कहण लगे सवा मन छोले बड़े हुंदे सीगे, मशहूर हुंदे सी। दूजा दिन चली गई, दिते सलामी, दोने बच्चे बैठे, घर वाले भी बैठे, चाह पानी भी छक लिया, लड्डू जलेबियां चंगियां छक के जदों उठ के जान लगी ना, जांदी जांदी कहंदी चल भाई बहुत वधिया होया तुहाडा मुंडा विआह गया। हुण तुहाडा घर है जिहड़ा वसदे रसदियां दे विच हो गया। जिवें कहंदी मुंडा विआह गया, उवें हुण मुंडे नूं मिर्गी दा दौरा पैणों हट जाऊगा। बोलो सतनाम। उवें कहंदे हुण मिर्गी हट जू। मार गई ना भानी जांदी जांदी। वो लड़की ने सुन लिया, कहंदी कमाल दी गल है ना, मिर्गी दा दौरा पैंदा। इन्नी गल कह के वो तां बाहरों निकल गई, वो ते निकल गई घरों, पर घर दे विच कलेश पै गया एक गल करके। और कहंदी तुसीं मैनूं पहलां क्यों नहीं दस्सिया कि इहनूं मिर्गी दा दौरा पैंदा। हुण मिर्गी दा दौरा उहनूं पैंदा नहीं सी, पर जदों किसे ने कहता उहदी ਚੱਕ दे विच आके अपना घर खुद उजाड़ लिया। तां इहदा मतलब कि जिहड़ी किसे दी दूसरे दी ਚੱਕ है, जिहड़ा परिवार उस तों बच गया समझ लो वसदे रसदियां च रह गया। दूसरे दी ਚੱਕ, दूसरे दी ਚੱਕ दे विच आके ते बाबे नानक दे सस ते सहुरा साहब भी घबरा गए सी। आपां तां विचारे किहदे आ। गुरु साहिब जी महाराज किरपा करन, वो कंध हजे तक भी खड़ी है जिहड़ी गुरु नानक देव साहिब जी महाराज ने किरपा कीती सी। तो गुरु साहिब जी महाराज दे बचन ने कि गुरमुखा जो बोलत है मिर्ग मीन पंखेरू सो बिन बोलत जापत है नहीं हो। अकाल पुरख दे हुक्म ने कि जिन्ने तुसी समाज दे विच जीवां नूं बोलदिआं नूं देखदे हो, तुसी किसे पंछी नूं बोलदा देखदे हो, तुसी किसे पशु नूं देखदा,
ਪਸ਼ੂ ਨੂੰ ਬੋਲਦੇ ਨੂੰ ਦੇਖਦੇ ਹੋ, ਅਨੇਕਾਂ ਤਰ੍ਹਾਂ ਦੇ ਜੀਵ ਨੇ ਜਿਹੜੇ ਬੋਲਦੇ ਨੇ। ਤਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਫੈਸਲਾ ਦਿੱਤਾ ਕਿ ਸਾਰੇ ਦੇ ਸਾਰੇ ਪਰਮਾਤਮਾ ਦੇ ਖੁਦ ਬੋਲਨੇ, ਆਪਣੇ ਬੋਲਨੇ ਪਰਮਾਤਮਾ ਦੇ। ਤਾਂ ਗੁਰੂ ਸਾਹਿਬ ਜੀ ਮਹਾਰਾਜ ਜੀਆਂ ਨੇ ਮਹਾਨ ਕਿਰਪਾ ਕੀਤੀ ਹੈ। ਅਕਾਲ ਪੁਰਖ ਮਹਾਰਾਜ ਜੀਆਂ ਦੀ ਕਿਰਪਾ ਸਦਕਾ ਆਪਾਂ ਸਾਰੀਆਂ ਸੰਗਤਾਂ ਗੁਰੂ ਸਾਹਿਬ ਜੀ ਮਹਾਰਾਜ ਦੇ ਦੁਆਰੇ 'ਤੇ ਹਾਜ਼ਰ ਹੁੰਦੇ ਹਾਂ ਔਰ ਨਿੱਤਾ ਪ੍ਰਤੀ ਕਰਮ ਅਨੁਸਾਰ ਹਾਜ਼ਰ ਹੁੰਦੇ ਹਾਂ। ਅਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਹੁਤ ਵੱਡੀ ਮਹਾਨ ਕਿਰਪਾ ਕਰਦੇ ਨੇ ਸਾਡੇ 'ਤੇ। ਕਿਵੇਂ ਮਹਾਨ ਕਿਰਪਾ? ਕਿ ਕੋਈ ਨਾ ਕੋਈ ਬਚਨ ਸਾਡੀ ਜ਼ਿੰਦਗੀ ਦੇ ਵਿੱਚ ਮਹਾਰਾਜ ਸਾਨੂੰ ਇਹੋ ਜਿਹਾ ਬਖਸ਼ਦੇ ਨੇ ਜਿਹੜੇ ਬਚਨ ਸਦਕਾ ਸਾਡੀ ਜ਼ਿੰਦਗੀ ਨਰਕਾਂ ਦੇ ਵਿੱਚੋਂ ਨਿਕਲ ਕੇ ਸਵਰਗਾਂ ਦੇ ਵਿੱਚ ਆ ਜਾਂਦੀ ਹੈ। ਪਰ ਮਹਾਰਾਜ ਦੇ ਬਚਨ ਮੰਨਣੇ ਪੈਣੇ ਨੇ, ਬਚਨ ਮੰਨੇ ਬਿਨਾਂ ਨਹੀਂ ਕੁਛ ਵੀ ਬਣਨਾ। ਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ। ਸਮਾਪਤੀ ਦਾ ਆਪਣਾ ਸਮਾਂ, ਭੁੱਲਾਂ ਚੁੱਕਾਂ ਦੀ ਖਿਮਾ। ਆਈਆਂ ਸੰਗਤਾਂ ਦਾ ਬਹੁਤ ਧੰਨਵਾਦ। ਪ੍ਰੇਮ ਦੇ ਨਾਲ ਸਾਰੀ ਸੰਗਤ ਬੁਲਾਇਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।